ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਅਉ ਆਇਆ ਦੂਰੋਂ ਚੱਲ ਕੈ, ਮੈਂ ਤੱਕੀ ਤੋ ਸ਼ਰਨਾਈ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜੀਓ। ਜੀ ਜੰਤ ਕੇ ਠਾਕਰਾ, ਸਰਬ ਚਿੰਤ ਤੁਧ ਪਾਸੇ। ਜੋ ਤਿਸ ਪਾਵੇ ਸੋਈ ਚੰਗਾ, ਇਕ ਨਾਨਕ ਕੀ ਅਰਦਾਸੇ। ਆਪੇ ਹਰ ਇਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਪਾਵੇ ਨਾਨਕਾ, ਸਾਈ ਗਲ ਚੰਗੀ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸਬਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਈ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੂ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੀ ਸਾਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਾਜੀ ਨਵਾਜੀ ਸਾਧ ਸੰਗਤ ਜੀ, ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰੀ ਗਈ ਬਾਣੀ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਜਿਹੜੀ ਵਿਆਖਿਆ ਜਾਂ ਭਾਵ ਅਰਥ ਜਿਹੜੇ ਕਰਦੇ ਆ ਰਹੇ ਹਾਂ, ਔਰ 11ਵੀਂ ਅਸ਼ਟਪਦੀ ਦੇ ਜਿਹੜੇ ਆਪਾਂ ਪਹਿਲੇ 4 ਪਦੇ ਜਿਹੜੇ ਆ ਉਹਨਾਂ ਦੀ ਵਿਆਖਿਆ ਜਿਹੜੀ ਆ ਪਿਛਲੇ ਭਾਗ ਦੇ ਵਿੱਚ ਕੀਤੀ ਸੀ। ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ ਔਰ ਸਰਬੱਤ ਨੂੰ ਜਿਹੜੀ ਆ ਤੰਦਰੁਸਤੀ ਦੀਆਂ ਨਾਮ ਨਿਆਮਤਾਂ ਬਖਸ਼ਣ ਔਰ ਨਾਮਦਾਨ ਬਖਸ਼ਣ, ਕਿਰਪਾ ਕਰਨ, ਮਿਹਰ ਕਰਨ, ਅੰਗ ਸੰਗ ਸਹਾਈ ਹੋ ਕੇ ਕਾਰਜ ਰਾਸ ਕਰਨ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ, ਲੰਮੀਆਂ ਉਮਰਾਂ ਕਰਨ ਔਰ ਸਰਬੱਤ ਸੰਗਤ ਜਿਹੜੀ ਆ ਇਕਾਗਰ ਚਿੱਤ ਹੋ ਕੇ ਮਨੋ ਬਿਰਤੀਆਂ ਨੂੰ ਇਕਾਗਰ ਚਿੱਤ ਕਰਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਾਜੀ ਨਵਾਜੀ ਸਾਧ ਸੰਗਤ ਜੀ, ਅੱਜ ਆਪਾਂ ਜਿਹੜੀ 5ਵੀਂ ਜਿਹੜਾ ਪਦਾ ਵਾ, ਜਿਹੜਾ 5ਵਾਂ 11ਵੀਂ ਅਸ਼ਟਪਦੀ ਦਾ, ਉਹ ਤੋਂ ਆਰੰਭ ਕਰਦੇ ਹਾਂ। ਔਰ ਗੁਰੂ ਸਾਹਿਬਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ, ਸਾਡੇ ਕੋਲੋਂ ਜਿਹੜੇ ਭਾਵ ਅਰਥ ਜਿਹੜੇ ਆ ਕਰਵਾਉਣ ਦੀ ਸਮਰੱਥਾ ਬਖਸ਼ਣ ਔਰ ਅਸੀਂ ਇਸ ਦੇ ਭਾਵ ਅਰਥ ਕਰਕੇ ਇਹ ਜਾਣ ਸਕੀਏ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਬਾਣੀ ਦੇ ਵਿੱਚ ਕੀ ਫਰਮਾਇਆ, ਕੀ ਉਪਦੇਸ਼ ਦਿੱਤਾ। ਅੱਗੇ ਵੀ ਆਪਾਂ ਜ਼ਿਕਰ ਕਰਦੇ ਆਏ ਹਾਂ ਕਿ ਬਾਣੀ ਜਿਹੜੀ ਆ ਜਿੱਥੇ ਪੜ੍ਹਨੀ ਜ਼ਰੂਰੀ ਆ, ਜਿੱਥੇ ਸੁਣਨੀ ਜ਼ਰੂਰੀ ਆ, ਉਹਦੇ ਨਾਲ ਨਾਲ ਜਿਹੜੀ ਸਮਝਣੀ ਅਤੇ ਵਿਚਾਰਨੀ ਜਿਹੜੀ ਆ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ। ਗੁਰੂ ਸਾਹਿਬ ਫਰਮਾਉਂਦੇ ਨੇ, ਸ਼ਲੋਕ ਪੜ੍ਹਦੇ ਹਾਂ ਪਹਿਲਾਂ ਆਪਾਂ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਹਾਰਨੈ, ਜਲ ਥਲ ਮਹੀਅਲ ਸੋਏ। ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਪ੍ਰਮਾਤਮਾ ਜਿਹੜਾ ਵਾ
ਸਭ ਕੁਝ ਕਰਨ ਦੇ ਸਮਰੱਥ ਆ, ਕਰਨ ਕਰਾਉਣ ਵਾਲਾ ਸਭ ਕੁਝ ਜਿਹੜਾ ਵਾ ਇੱਕ ਪਰਮਾਤਮਾ, ਉਸ ਤੋਂ ਸਿਵਾਏ ਕੋਈ ਹੋਰ ਨਹੀਂ। ਕਹਿਣ ਤੋਂ ਭਾਵ ਕਿ ਦੂਜਾ ਕੋਈ ਨਹੀਂ, ਸਿਰਫ ਇੱਕ ਪਰਮਾਤਮਾ ਹੀ ਆ ਜੋ ਸਭ ਕੁਝ ਕਰ ਰਿਹਾ। ਔਰ ਨਾਨਕ ਤਿਸ ਬਲਿਹਾਰ ਨੇ, ਗੁਰੂ ਸਾਹਿਬਾਨ ਕਹਿੰਦੇ ਕਿ ਉਹ ਤੋਂ ਬਲਿਹਾਰੇ ਜਾਂਦੇ ਆ, ਉਹ ਤੋਂ ਸਦਕੇ ਜਾਂਦੇ ਆ ਜਿਹੜਾ ਜਲ ਥਲ ਤੇ ਮਹੀਲ ਦੇ ਵਿੱਚ ਸਮਾਇਆ ਹੋਇਆ। ਜਲ ਤੋਂ ਭਾਵ ਹੈਗਾ ਵਾ ਜਲ ਦੇ ਵਿੱਚ, ਧਰਤੀ ਉੱਤੇ ਤੇ ਆਕਾਸ਼ ਵਿੱਚ, ਜਾਣੀ ਕਿ ਪਰਮਾਤਮਾ ਜਿਹੜਾ ਹਰ ਜਗ੍ਹਾ ਮੌਜੂਦ ਆ। ਪਾਣੀ ਵਿੱਚ ਵੀ ਆ, ਧਰਤੀ ਵਿੱਚ ਵੀ ਆ, ਆਕਾਸ਼ ਵਿੱਚ ਵੀ ਆ। ਹਰ ਜਿਹੜਾ ਜਗ੍ਹਾ ਪਰਮਾਤਮਾ ਜਿਹੜਾ ਵਾ ਉਹ ਮੌਜੂਦ ਆ। ਔਰ ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਸਭਨਾ ਜੀਆਂ ਕਾ ਇੱਕ ਰਾਖਾ, ਕਿ ਸਾਰਿਆਂ ਦਾ ਰਾਖਾ ਜਿਹੜਾ ਵਾ ਉਹ ਪਰਮਾਤਮਾ ਵਾ, ਅਤੇ ਉਹਦੇ ਜਿਹੜੇ ਗੁਣ ਗਾਉਣੇ ਚਾਹੀਦੇ ਆ। ਉਹ ਸਭ ਕੁਝ ਜਿਹੜਾ ਵਾ ਉਹ ਕਰਦਾ ਵਾ। ਜੋ ਕੁਝ ਵੀ ਕਰ ਰਿਹਾ ਵਾ ਇਨਸਾਨ, ਉਹਦੇ ਹੁਕਮ ਦੇ ਵਿੱਚ ਬੱਝਿਆ ਹੋਇਆ ਵਾ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਔਰ ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਇਸ ਮਨੁੱਖ ਦਾ ਜਿਹੜਾ ਵਾ ਆਪਣਾ ਕੋਈ, ਕਹਿ ਸਕਦੇ ਹਾਂ ਕਿ ਜੇ ਸਮਝੇ ਬੰਦਾ ਕਿ ਮੈਂ ਇਹ ਕੁਝ ਕਰ ਰਿਹਾ, ਅਤੇ ਇਹ ਜਿਹੜੀ ਆ ਉਸ ਦੀ ਜਿਹੜੀ ਗਲਤਫਹਿਮੀ ਆ। ਪਰਮਾਤਮਾ ਨੇ ਸਾਨੂੰ ਬਲ ਬਖਸ਼ਿਆ, ਬੁੱਧੀ ਬਖਸ਼ੀ ਆ, ਸਰੀਰ ਬਖਸ਼ਿਆ ਵਾ, ਤੰਦਰੁਸਤੀ ਬਖਸ਼ੀ ਹੈ, ਤਾਂ ਹੀ ਅਸੀਂ ਇਹ ਜਿਹੜਾ ਕੁਝ ਕਰ ਰਹੇ ਹਾਂ ਸੰਸਾਰ ਦੇ ਵਿੱਚ। ਔਰ ਜੋ ਪਰਮਾਤਮਾ ਚਾਹੁੰਦਾ ਵਾ ਉਹੋ ਹੀ ਹੁੰਦਾ ਵਾ। ਨਰ ਚਾਹਤ ਕੁਛ ਔਰੇ ਕੀ ਔਰੇ ਭਈ, ਚਿਤਵਤ ਰਿਓ ਠਗੌਰ, ਨਾਨਕ ਫਾਸੀ ਗੱਲ ਭਰੀ। ਕਿ ਜੋ ਮਨੁੱਖ ਚਾਹੁੰਦਾ ਵਾ ਕਈ ਵਾਰੀ ਉਹ ਨਹੀਂ ਹੁੰਦਾ ਉਹੀ ਆ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ। ਕਹਿੰਦੇ ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ। ਕਹਿੰਦੇ ਪਰਮਾਤਮਾ, ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਮਨੁੱਖ ਦੇ ਆਪਣੇ ਜੀਵ ਦੇ ਆਪਣੇ ਹੱਥ ਵਿੱਚ ਕੁਛ ਵੀ ਨਹੀਂ, ਆਪਣੇ ਵੱਸ ਵਿੱਚ ਕੁਛ ਨਹੀਂ। ਕਰਨ ਕਰਾਵਣ ਸਰਬ ਕੋ ਨਾਥ, ਸਭ ਕੁਛ ਕਰਨ ਵਾਲਾ ਜਿਹੜਾ ਪਰਮਾਤਮਾ ਵਾ। ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੇ ਸੋਈ ਫੁੰਦੀਓ। ਆਗਿਆਕਾਰੀ ਜਿਹੜਾ ਬਪਰਾ ਹੁੰਦਾ ਵਿਚਾਰਾ, ਜੀਓ ਹੁੰਦਾ ਜੀਵ। ਹਰੇਕ ਜੀਵ ਜਿਹੜਾ ਵਾ ਪਰਮਾਤਮਾ ਦੀ ਆਗਿਆ ਦੇ ਵਿੱਚ ਚੱਲ ਰਿਹਾ। ਕਹਿਣ ਤੋਂ ਭਾਵ ਇਹ ਆ ਕਿ ਸਾਰੀ ਸ੍ਰਿਸ਼ਟੀ ਜਿਹੜੀ ਆ ਉਹ ਪਰਮਾਤਮਾ ਦੇ ਹੁਕਮ ਵਿੱਚ ਬੱਝੀ ਹੋਈ ਹੈ। ਔਰ ਜੋ ਪਰਮਾਤਮਾ ਨੂੰ ਭਾਉਂਦਾ ਵਾ ਉਹੋ ਹੀ ਹੁੰਦਾ ਵਾ। ਥੀਓ ਤੋਂ ਭਾਵ ਹੁੰਦਾ। ਕਬੂ ਊਚ ਨੀਚ ਮੈਂ ਬਸੇ, ਕਬੂ ਸੋਗ ਹਰਖ ਰੰਗ ਹਸੇ। ਕਦੀ ਇਹ ਪਰਮਾਤਮਾ ਊਚ ਨੀਚ ਮੈਂ, ਕਹਿਣ ਤੋਂ ਭਾਵ ਕਿ ਪਰਮਾਤਮਾ ਹਰੇਕ ਦੇ ਵਿੱਚ ਵੱਸਦਾ ਵਾ। ਔਰ ਕਦੀ ਇਨਸਾਨ ਜਿਹੜਾ ਵਾ ਉਹ ਦੁਖੀ ਹੁੰਦਾ, ਕਦੀ ਹੱਸਦਾ ਵਾ। ਕਬੂ ਸੋਗ ਹਰਖ ਰੰਗ ਹਸੇ, ਕਹਿਣ ਤੋਂ ਭਾਵ ਕਿ ਪਰਮਾਤਮਾ ਦੇ ਰੰਗਾਂ ਦੇ ਵਿੱਚ ਮਨੁੱਖ ਨੂੰ ਰਹਿਣਾ ਪੈਂਦਾ ਵਾ, ਅਤੇ ਉਹਦੇ ਹੁਕਮ ਦੇ ਵਿੱਚ ਹੀ ਰਹਿ ਕੇ ਜਿਹੜਾ ਇਨਸਾਨ ਆ ਉਹ ਕਾਰਜ ਕਰਦਾ। ਕਬੂ ਨਿੰਦ ਚਿੰਦ ਬਿਹਾਰ, ਕਦੀ ਇਹ ਮਨੁੱਖ ਜਿਹੜਾ ਵਾ ਨਿੰਦਿਆ ਕਰਦਾ ਵਾ, ਕਦੀ ਚਿੰਤਾ ਕਰਦਾ ਵਾ। ਇਹ ਮਨੁੱਖ ਦਾ ਵਿਹਾਰ ਬਣਿਆ ਹੋਇਆ ਵਾ। ਹਰੇਕ ਮਨੁੱਖ ਜਿਹੜਾ ਵਾ ਉਹ ਕਦੀ ਖੁਸ਼ੀ ਦੇ ਵਿੱਚ, ਕਦੀ ਗਮੀ ਦੇ ਵਿੱਚ, ਔਰ ਹਰੇਕ ਮਨੁੱਖ 'ਤੇ ਅਵਸਥਾ ਆਉਂਦੀ ਆ। ਕਦੀ ਮਨੁੱਖ ਜਿਹੜਾ ਵਾ ਉਹ ਆਪਣੀ ਚਿੰਤਾ ਕਰਦਾ ਵਾ, ਕਦੀ ਕਿਸੇ ਦੀ ਨਿੰਦਿਆ ਕਰਦਾ ਵਾ। ਇਸ ਤਰ੍ਹਾਂ ਜਿਹੜਾ ਵਾ ਇਹ ਜਿਹੜਾ ਸਭ ਕੁਝ ਕਰਵਾਉਣ ਡਿਆ ਪਰਮਾਤਮਾ ਹੀ ਕਰਵਾਉਂਦਾ। ਕਹਿੰਦੇ ਕਬੂ ਊਬ ਆਕਾਸ਼ ਪਿਆਲ, ਕਿ ਕਬੂ ਊਬ ਤੋਂ ਭਾਵ ਹੁੰਦਾ ਵਾ ਉੱਚੇ ਆਕਾਸ਼ ਵਿੱਚ, ਪਿਆਲ ਤੋਂ ਭਾਵ ਪਤਾਲ ਵਿੱਚ। ਇਸੇ ਤਰ੍ਹਾਂ ਜਿਹੜਾ ਮਨੁੱਖ ਆ ਉਹ ਕਹਿਣ ਤੋਂ ਭਾਵ ਇਹ ਆ ਕਿ ਆਕਾਸ਼ ਵਿੱਚ ਵੀ ਅਤੇ ਪਤਾਲ ਵਿੱਚ ਵੀ ਇਹ ਸਾਰੇ ਜਿਹੜੇ ਵਰਤਾਰੇ ਜਿਹੜੇ ਪਰਮਾਤਮਾ ਦੇ ਜਿਹੜੇ ਆ ਉਹਦੇ ਹੁਕਮ ਵਿੱਚ ਹੋ ਰਹੇ ਆ। ਕਬੂ ਬੇਤਾ ਬ੍ਰਹਮ ਵਿਚਾਰ,
ਬੇਤਾ ਹੁੰਦਾ ਵਕਤਾ ਜਾਂ ਉਪਦੇਸ਼ਕ, ਜਿਹੜਾ ਪਰਮਾਤਮਾ ਦੀ ਵਿਚਾਰ ਕਰਦਾ। ਨਾਨਕ ਆਪ ਮਿਲਾਵਨਹਾਰ। ਗੁਰੂ ਸਾਹਿਬਾਨ ਕਹਿੰਦੇ ਪਰਮਾਤਮਾ ਆਪ ਹੀ ਜਿਹੜਾ ਵਾ ਉਹ ਜੀਵਾਂ ਨੂੰ ਆਪਣੇ ਨਾਲ ਮਿਲਾਉਂਦਾ ਵਾ। ਇਸ ਕਰਕੇ ਜਿਹੜਾ ਵਾ ਬੰਦਾ ਦੇ ਵਿਚਾਰਾਂ ਕਰਨ ਜੋਗਾ ਹੀ ਆ, ਪਰ ਜੇ ਪਰਮਾਤਮਾ ਦੀ ਕਿਰਪਾ ਹੋ ਜੇ ਤਾਂ ਫਿਰ ਪਰਮਾਤਮਾ ਜਿਹੜਾ ਵਾ ਉਹ ਆਪਣੇ ਨਾਲ ਜਿਹੜਾ ਵਾ ਮਨੁੱਖ ਨੂੰ ਜੋੜ ਲੈਂਦਾ, ਕਹਿਣ ਤੋਂ ਭਾਵ ਕਿ ਮਿਲਾ ਲੈਂਦਾ ਵਾ, ਅਤੇ ਉਹ ਜੀਵਨ ਮੁਕਤ ਹੋ ਜਾਂਦਾ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਦੁੱਖਾਂ ਤੋਂ, ਮਾਇਆ ਮੋਹ ਤੋਂ, ਕਾਮ ਕ੍ਰੋਧ ਲੋਭ ਤੋਂ, ਜਿੰਨੀਆਂ ਵੀ ਵਿਕਾਰ ਹੈ, ਵਿਸ਼ੇ ਵਿਕਾਰ ਜਿਹੜੇ, ਉਹਨਾਂ ਤੋਂ ਮੁਕਤ ਰਹਿੰਦਾ। ਬੇਸ਼ੱਕ ਉਹ ਗ੍ਰਸਥ ਧਰਮ ਵਿੱਚ ਰਹਿੰਦਾ ਵਾ, ਆਪਣੇ ਧਰਮ ਮਰਿਆਦਾ ਵਿੱਚ ਰਹਿ ਕੇ ਉਹ ਕਾਰਜ ਵੀ ਕਰਦਾ ਵਾ, ਪਰ ਇਹਨਾਂ ਜਿਹੜੇ ਵਿਕਾਰਾਂ ਨੂੰ ਉਹ ਵੱਸ ਵਿੱਚ ਕਰ ਲੈਂਦਾ ਵਾ। ਉਹ ਜਿਹੜੀ ਆ ਦੁਰਵਰਤੋਂ ਨਹੀਂ ਕਰਦਾ ਇਹਨਾਂ ਦੀ। ਕਹਿਣ ਤੋਂ ਭਾਵ ਇਹ ਆ ਕਿ ਜਿਵੇਂ ਗੁੱਸੇ 'ਤੇ ਕਾਬੂ ਰੱਖਦਾ, ਆਪਣੇ ਕ੍ਰੋਧ 'ਤੇ ਕਾਬੂ ਰੱਖਦਾ ਵਾ, ਔਰ ਲੋਭ 'ਤੇ ਕਾਬੂ ਰੱਖਦਾ ਵਾ, ਹੱਕ ਸੱਚ ਦੀ ਕਮਾਈ ਕਰਦਾ ਵਾ, ਲੋਭੀ ਨਹੀਂ ਬਣਦਾ। ਉਹ ਹੰਕਾਰ ਨਹੀਂ ਕਰਦਾ ਚੀਜ਼ਾਂ ਦਾ, ਕਿਉਂਕਿ ਉਹਨੂੰ ਪਤਾ ਵਾ ਸਭ ਕੁਝ ਪਰਮਾਤਮਾ ਨੇ ਦਿੱਤਾ ਵਾ, ਮੇਰੀਆਂ ਨਹੀਂ। ਬੰਦੇ ਦਾ ਤਾਂ ਕੋਈ ਭਰੋਸਾ ਨਹੀਂ, ਪਲਦਾ ਵੀ ਨਹੀਂ ਹੁੰਦਾ। ਇਸ ਕਰਕੇ ਸਭ ਕੁਝ ਪਰਮਾਤਮਾ ਦਾ। ਕਬੀਰ ਸਾਹਿਬ ਫਰਮਾਉਂਦੇ ਆ ਕਿ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਕਿ ਜੋ ਕੁਛ ਵੀ ਹੈ ਪਰਮਾਤਮਾ ਉਹ ਤੇਰਾ ਹੀ ਆ, ਮੇਰਾ ਤਾਂ ਸਰੀਰ ਵੀ ਨਹੀਂ ਮੇਰਾ। ਕਹਿਣ ਤੋਂ ਭਾਵ ਇਹ ਆ ਕਿ ਕੁਛ ਵੀ ਨਹੀਂ ਹੈਗਾ, ਜੋ ਕੁਝ ਉਸ ਪਰਮਾਤਮਾ ਦਾ ਵਾ। ਗੁਰੂ ਸਾਹਿਬਾਨ ਫਰਮਾਉਂਦੇ, ਗੁਰੂ ਅਰਜਨ ਦੇਵ ਜੀ ਕਹਿੰਦੇ ਕਬੂ ਨਿਰਤ ਕਰੇ ਬਹੁ ਭਾਂਤ, ਕਬੂ ਸੋਏ ਰਹੇ ਦਿਨ ਰਾਤ। ਕਦੀ ਤੇ ਇਹ ਦਿਨ ਰਾਤ ਹੀ ਸੁੱਤਾ ਰਹਿੰਦਾ, ਕੋਈ ਫਿਕਰ ਫਾਕਾ ਨਹੀਂ ਕਰਦਾ। ਅਤੇ ਕਈ ਵਾਰੀ ਇਹ ਨਿਰਤ ਤੋਂ ਭਾਵ ਹੁੰਦਾ ਨਾਚ, ਕਰੇ ਬਹੁ ਭਾਂਤ, ਕਈ ਤਰ੍ਹਾਂ ਦੇ ਜਿਹੜੇ ਭਾਂਤ ਤੋਂ ਭਾਵ ਹੁੰਦਾ ਕਈ ਤਰ੍ਹਾਂ ਦੇ ਨਾਚ ਕਰਦਾ ਫਿਰਦਾ, ਕਈ ਭਟਕਦਾ ਫਿਰਦਾ ਵਾ, ਭੱਜਾ ਫਿਰਦਾ ਵਾ। ਕਈ ਵਾਰੀ ਇਹ ਚੈਨ ਨਹੀਂ ਲੈਂਦਾ, ਕਈ ਵਾਰੀ ਇਹ ਸੁੱਖ ਨਹੀਂ ਲੈਂਦਾ, ਅਤੇ ਕਦੀ ਇਹ ਸੁੱਤਾ ਹੀ ਰਹਿੰਦਾ ਵਾ। ਕਹਿਣ ਤੋਂ ਭਾਵ ਕਿ ਬੇਪਰਵਾਹ ਰਹਿੰਦਾ। ਕਬੂ ਮਹਾਂ ਕ੍ਰੋਧ ਵਿਕਰਾਲ, ਕਹਿੰਦੇ ਕਦੀ ਮਨੁੱਖ ਜਿਹੜਾ ਵਾ ਗੁੱਸੇ ਵਿੱਚ ਆ ਕੇ ਕਈ ਤਰ੍ਹਾਂ ਦੇ ਜਿਹੜੇ ਆ ਭਿਆਨਕ ਕਾਰਜ ਕਰ ਦਿੰਦਾ, ਜਿਹੜੇ ਗਲਤ ਆ, ਜਿਹੜੇ ਨਹੀਂ ਕਰਨੇ ਚਾਹੀਦੇ। ਕਿਉਂਕਿ ਕਬੂ ਸਰਬ ਕੀ ਹੋਤ ਰਵਾਲ, ਕਦੀ ਗੁੱਸੇ ਦੇ ਵਿੱਚ ਜਿਹੜਾ ਵਾ ਕਹਿੰਦੇ ਨੇ ਕਿ ਕ੍ਰੋਧ ਦੇ ਵਿੱਚ ਆ ਕੇ ਇੱਥੋਂ ਤੱਕ ਕਿ ਬਹੁਤ ਸਾਰੇ ਗੁਨਾਹ ਕਰ ਦਿੰਦਾ ਵਾ। ਵਿਕਰਾਲ ਤੋਂ ਭਾਵ ਹੁੰਦਾ ਭਿਆਨਕ। ਅਤੇ ਕਦੀ ਜਿਹੜਾ ਵਾ ਨਿਮਰਤਾ ਵਿੱਚ ਇੰਨਾ ਆ ਜਾਂਦਾ ਕਿ ਚਰਨ ਧੂੜ ਬਣ ਜਾਂਦਾ ਲੋਕਾਂ ਦੀ, ਇੰਨੀ ਨਿਮਰਤਾ ਰੱਖਦਾ ਵਾ ਕਿ ਗੁੱਸੇ ਵਿੱਚ ਆਉਂਦਾ ਹੀ ਨਹੀਂ। ਕਬੂ ਹੋਏ ਬਹਿ ਬਡ ਰਾਜਾ, ਕਹਿੰਦੇ ਕਦੀ ਇਹ ਜਿਹੜਾ ਮਨ ਆ ਵੱਡਾ ਵੱਡਾ ਰਾਜਾ ਬਣ ਜਾਂਦਾ। ਕਹਿਣ ਤੋਂ ਭਾਵ ਇਹਦੇ ਵਿੱਚ ਕੋਈ ਭੁੱਖ ਨਹੀਂ ਰਹਿੰਦੀ ਅਤੇ ਇਹ ਸੰਤੁਸ਼ਟ ਹੋ ਜਾਂਦਾ। ਕਬੂ ਭਿਖਾਰੀ ਨੀਚ ਕਾ ਸਾਜਾ, ਅਤੇ ਕਦੀ ਇਹ ਭਿਖਾਰੀ ਬਣ ਜਾਂਦਾ ਵਾ, ਮੰਗਤਾ ਬਣ ਜਾਂਦਾ, ਨੀਚਾਂ ਵਾਲਾ ਜਿਹੜਾ ਬਾਣਾ ਜਿਹੜਾ ਕਰ ਲੈਂਦਾ। ਕਹਿਣ ਤੋਂ ਭਾਵ ਨੀਚ ਕਾ ਸਾਜਾ, ਨੀਚਾਂ ਵਾਲਾ ਬਾਣਾ ਕਰ ਲੈਂਦਾ। ਕਹਿਣ ਤੋਂ ਭਾਵ ਕਈ ਵਾਰੀ ਇਹ ਮੰਗਤਿਆਂ ਤੋਂ ਵੀ ਜ਼ਿਆਦਾ ਵੱਡਾ ਮੰਗਤਾ ਬਣ ਜਾਂਦਾ ਵਾ, ਇਹਦੀ ਭੁੱਖ ਨਹੀਂ ਮਿਟਦੀ। ਕਬੂ ਅਪਕੀਰਤ ਮੈਂ ਆਵੇ, ਅਪਕੀਰਤ ਹੁੰਦਾ ਨਿੰਦਿਆ, ਕਦੀ ਤੇ ਇਹ ਨਿੰਦਿਆ ਕਰਦਾ ਬਹੁਤ ਜ਼ਿਆਦਾ। ਕਿ ਕਹਿਣ ਤੋਂ ਭਾਵ ਇਹ ਆ ਕਿ ਨਿੰਦਣ ਜੋ ਕੰਮ ਵੀ ਕਰਦਾ ਵਾ, ਨਿੰਦਿਆ ਵੀ ਕਰਦਾ ਵਾ, ਗਲਤ ਕੰਮ ਵੀ ਕਰਦਾ ਵਾ। ਅਤੇ ਕਬੂ ਭਲਾ ਭਲਾ ਕਹਾਵੇ, ਅਤੇ ਕਦੀ ਇਹ ਮਨੁੱਖ ਜਿਹੜਾ ਭਲਾ ਬਣ ਜਾਂਦਾ ਵਾ, ਚੰਗਾ ਬਣ ਜਾਂਦਾ, ਨੇਕ ਬਣ ਜਾਂਦਾ ਵਾ। ਅਪਕੀਰਤ ਤੋਂ ਭਾਵ ਹੁੰਦਾ ਜਿਹਦੀ ਕੋਈ ਕੀਰਤੀ, ਜਿਹਦਾ ਕੋਈ ਜਸ ਨਾ ਗਾਵੇ। ਆਪਾਂ ਲਾ ਦਈਏ ਅਤੇ ਉਹ ਕੀਰਤ ਬਣ ਜਾਂਦਾ, ਕਿਸੇ ਦੀ ਚੰਗਿਆਈ ਕਰਨੀ। ਅਤੇ ਅਪਕੀਰਤ ਤੋਂ ਭਾਵ ਹੁੰਦਾ ਜਿਹਦੀ ਕੋਈ ਵਡਿਆਈ ਨਾ ਕਰੇ। ਠੀਕ ਹੈ ਜੀ। ਕਬੂ ਅਪਕੀਰਤ ਮੈਂ ਆਵੇ, ਅਤੇ ਕਬੂ ਭਲਾ ਭਲਾ ਕਹਾਵੇ। ਅਪਕੀਰਤ ਨਿੰਦਿਆ ਕਰਨੀ, ਉਲਟ ਹੋ ਗਿਆ ਕੀਰਤ ਦੇ। ਜਿਉਂ ਪ੍ਰਭ ਰਾਖੇ ਤਿਵ ਹੀ ਰਹੇ, ਮਨੁੱਖ ਨੂੰ ਉਸੇ ਤਰ੍ਹਾਂ ਹੀ ਰਹਿਣਾ ਪੈਂਦਾ ਜਿਵੇਂ ਪਰਮਾਤਮਾ ਰੱਖਦਾ। ਜਿਵ ਜਿਵ ਹੁਕਮ ਤਿਵੇਂ ਤੇ ਵਿਕਾਰ, ਕਿ ਜਿਵੇਂ ਜਿਹੜੇ ਪਰਮਾਤਮਾ ਨੂੰ ਹੁਕਮ ਆ ਉਸੇ ਤਰ੍ਹਾਂ ਹੀ ਮਨੁੱਖ ਜਿਹੜਾ ਕਾਰਜ ਕਰਦਾ ਵਾ।
ਤੇ ਗੁਰ ਪ੍ਰਸਾਦ ਜਿਉ ਪ੍ਰਭ ਰਾਖੇ ਤਿਵ ਹੀ ਰਹੇ, ਗੁਰ ਪ੍ਰਸਾਦ ਨਾਨਕ ਸੱਚ ਕਹੇ। ਜਿਵੇਂ ਪਰਮਾਤਮਾ ਜਿਹੜਾ ਰੱਖਦਾ ਉਸੇ ਤਰ੍ਹਾਂ ਰਹਿਣਾ ਪੈਂਦਾ ਵਾ। ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਪਰਮਾਤਮਾ ਜਿਹੜਾ ਵਾ, ਗੁਰੂ ਸਾਹਿਬਾਨ ਕਹਿੰਦੇ ਆ ਕਿ ਮੈਂ ਇਹ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜੀ ਗੱਲ ਆ ਸੱਚੀ ਬਿਆਨ ਕਰਦਾ, ਇਹ ਬਿਲਕੁਲ ਸੱਚ ਆ, ਇਹਦੇ ਵਿੱਚ ਕੋਈ ਝੂਠ ਨਹੀਂ, ਕੋਈ ਗਲਤ ਗੱਲ ਨਹੀਂ। ਜੋ ਕੁਝ ਮੈਂ ਕਿਹਾ ਵਾ ਬਿਲਕੁਲ ਸੱਚ ਆ। ਗੁਰਬਾਣੀ ਜਿਹੜੀ ਆ ਗੁਰੂ ਸਾਹਿਬਾਨਾਂ ਨੇ ਸਾਰੀ ਜਿਹੜੀ ਆ ਗੁਰੂ ਨਾਨਕ ਸਾਹਿਬ ਦੇ ਨਾਮ ਹੇਠ ਲਿਖੀ ਆ, ਨਾਨਕ ਦੇ ਨਾਂ ਹੇਠ ਲਿਖੀ ਆ। ਉਹਨਾਂ ਨੇ ਆਪਣਾ ਨਾਂ ਨਹੀਂ ਲਿਆ ਗੁਰਬਾਣੀ ਦੇ ਵਿੱਚ। ਇਹ ਠੀਕ ਹੈ ਕਿ ਜ਼ਿਕਰ ਕੀਤਾ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਉਹ ਤੋਂ ਸੰਕੇਤ ਮਿਲ ਜਾਂਦਾ ਕਿ ਗੁਰੂ ਨਾਨਕ ਸਾਹਿਬ ਦੀ ਆ ਪਹਿਲੇ ਮਹੱਲੇ ਦੀ। ਮਹੱਲਾ ਦੂਜਾ ਤੋਂ ਭਾਵ ਦੂਜੇ ਗੁਰੂ ਅੰਗਦ ਦੇਵ ਜੀ ਦੀ। ਮਹੱਲਾ ਤੀਜਾ ਤੋਂ ਭਾਵ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੀ। ਇਹ ਜਿਹੜੇ ਦਿੱਤੇ ਆ। ਔਰ ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਕਬੂ ਹੋਏ ਪੰਡਿਤ ਕਰੇ ਬਖਿਆਨ। ਕਹਿੰਦੇ ਕਈ ਵਾਰੀ ਪੰਡਿਤ ਬਣ ਕੇ ਨਾ ਮਨੁੱਖ ਜਿਹੜਾ ਵਾ ਬਖਿਆਨ ਕਰਦਾ। ਬਖਿਆਨ ਤੋਂ ਭਾਵ ਹੁੰਦਾ ਵਾ ਕਿ ਸਮਝਾਉਂਦਾ ਵਾ, ਦੂਜਿਆਂ ਨੂੰ ਜਿਹੜਾ ਦੱਸਦਾ ਵਾ। ਕਬੂ ਮੌਨ ਧਾਰੀ ਲਾਵੇ ਧਿਆਨ, ਅਤੇ ਕਦੀ ਇਹ ਚੁੱਪ ਕਰ ਜਾਂਦਾ ਬਿਲਕੁਲ, ਜਿਹੜਾ ਮੈਡੀਟੇਸ਼ਨ ਕਰਦਾ ਕਾਗਰਚਿਤ ਹੋ ਕੇ ਆਰਾਮ ਦੇ ਨਾਲ ਬੈਠਦਾ, ਬੋਲਦਾ ਨਹੀਂ, ਅਤੇ ਆਪਣਾ ਧਿਆਨ ਜਿਹੜਾ ਵਾ ਆਪਣੀ ਸੁਰਤ ਜਿਹੜੀ ਆ ਉਹ ਪਰਮਾਤਮਾ ਦੇ ਨਾਲ ਜੋੜਦਾ ਵਾ, ਟਿਕਾਉਂਦਾ ਵਾ। ਅਤੇ ਕਦੀ ਇਹ ਜਿਹੜੇ ਵੱਖ ਵੱਖ ਉਪਦੇਸ਼ ਦਿੰਦਾ ਉਹ ਬਖਿਆਨ ਕਰਦਾ। ਕਬੂ ਤਟ ਤੀਰਥ ਇਸ਼ਨਾਨ, ਅਤੇ ਕਦੀ ਇਹ ਤੀਰਥਾਂ ਦੇ ਕੰਢੇ, ਨਦੀਆਂ ਦੇ ਕੰਢੇ ਬੈਠ ਕੇ ਜਾਣੀ ਕਿ ਇਸ਼ਨਾਨ ਕਰਦਾ ਵਾ। ਆਪਣੇ ਤੀਰਥਾਂ 'ਤੇ ਜਾ ਕੇ ਜਿਹੜੀ ਆ ਆਪਣੇ ਮਨ ਨੂੰ ਖੁਸ਼ੀ ਦਿੰਦਾ, ਜਾਣੀ ਕਿ ਆਪਣੇ ਮਨ ਦੀ ਮੈਲ ਦੂਰ ਕਰਨ ਦੀ ਕੋਸ਼ਿਸ਼ ਕਰਦਾ ਵਾ। ਕਬੂ ਸਿੱਧ ਸਾਧਕ ਮੁੱਖ ਗਿਆਨ, ਅਤੇ ਕਦੀ ਇਹ ਜਿਹੜਾ ਵਾ ਸਿੱਧ ਬਣਦਾ ਵਾ। ਸਿੱਧ ਤੋਂ ਭਾਵ ਕਿ ਜੋਗੀ ਬਣਦੇ ਆ, ਆਪਣੇ ਆਪ ਨੂੰ ਜਿਹੜਾ ਵਾ ਸਾਧਕ ਤੋਂ ਭਾਵ ਹੁੰਦਾ ਜਿਹਨੇ ਮਨ ਨੂੰ ਸਾਧਿਆ ਹੋਵੇ, ਅਤੇ ਮੁੱਖ ਗਿਆਨ ਤੋਂ ਭਾਵ ਜਿਹੜਾ ਗਿਆਨ ਜਿਹੜਾ ਹਾਸਲ ਕਰਦਾ, ਆਪਣੇ ਆਪ ਨੂੰ ਜਿਹੜਾ ਵਾ ਜਿਹੜਾ ਮੁੱਖ ਗਿਆਨ ਤੋਂ ਭਾਵ ਕਿ ਗਿਆਨ ਪਰਮਾਤਮਾ ਦੇ ਪ੍ਰਤੀ ਜਿਹੜਾ ਵਾ ਗਿਆਨ ਦੀ ਪ੍ਰਾਪਤੀ ਕਰਦਾ ਵਾ। ਔਰ ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਪਰਮੇ ਪਰਮੀਆ, ਨਾਨਾ ਰੂਪ ਜਿਉ ਸਵਾਂਗੀ ਦਿਖਾਵੇ, ਜਿਉ ਪ੍ਰਭ ਪਾਵੇ ਤਿਵੇਂ ਨਚਾਵੇ, ਜੋ ਤਿਸ ਪਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ। ਕਦੀ ਤੇ ਜਿਹੜਾ ਮਨੁੱਖ ਆ, ਕੀਟ ਤੋਂ ਭਾਵ ਹੁੰਦਾ ਕੀੜੇ, ਹਸਤ ਤੋਂ ਭਾਵ ਹੁੰਦਾ ਹਾਥੀ, ਔਰ ਪਤੰਗ ਹੋਏ ਜੀਆ, ਜੀਵਿਆ, ਜੀਆ ਤੋਂ ਭਾਵ ਜੀਵਿਆ, ਅਨਕ ਜੋਨ ਭਰਮੇ ਭਰਮੀਆ। ਕਹਿੰਦੇ ਕੀਟ, ਹਾਥੀ, ਕੀੜੇ ਦੀ ਤਰ੍ਹਾਂ ਮਨੁੱਖ ਜਿਹੜਾ ਵਾ ਕਈ ਜੂਨਾਂ ਦੇ ਵਿੱਚ ਭਰਮਦਾ, ਕਈ ਤਰ੍ਹਾਂ ਦੇ ਜਿਹੜੇ ਆ ਹੁੰਦਾ। ਕਹਿਣ ਤੋਂ ਭਾਵ ਕਿ ਪਰਮਾਤਮਾ ਜਿਹੜਾ ਵਾ ਉਹ ਸਾਰਿਆਂ ਵਿੱਚ ਵੱਸਦਾ ਵਾ, ਅਤੇ ਅਨਕ ਜੋਨ ਭਰਮੇ ਭਰਮੀਆ, ਅਤੇ ਜੋਨਾਂ ਦੇ ਵਿੱਚ ਜਿਹੜੇ ਮਨੁੱਖ ਆ ਉਹ ਭਰਮ ਦੇ ਭੁਲੇਖੇ ਦੇ ਵਿੱਚ ਪਏ ਆ ਅਤੇ ਭਰਮਦੇ ਫਿਰਦੇ ਆ। ਨਾਨਾ ਤੋਂ ਭਾਵ ਹੁੰਦਾ ਕਈ, ਰੂਪ ਜਿਉਂ ਸਵਾਂਗੀ ਦਿਖਾਵੇ, ਸਵਾਂਗੀ ਤੋਂ ਭਾਵ ਸਾਂਗ ਕਰਨ ਵਾਲਾ, ਨਕਲ ਕਰਨ ਵਾਲਾ। ਕਈ ਤਰ੍ਹਾਂ ਦੇ ਜਿਹੜੇ ਆ ਉਹ ਰੂਪ ਪਰਮਾਤਮਾ ਜਿਹੜੇ ਆ ਬੰਦੇ ਕੋ ਕਰਵਾਉਂਦਾ ਵਾ। ਕਈ ਤਰ੍ਹਾਂ ਦੀਆਂ ਜਿਹੜੀਆਂ ਨਕਲਾਂ ਜਿਹੜੀਆਂ ਕਰਵਾ ਲੈਂਦਾ ਬੰਦਾ, ਕਈ ਤਰ੍ਹਾਂ ਦੇ ਬੰਦਾ ਕਾਰਜ ਕਰਦਾ ਮਨੁੱਖ, ਜਿਉਂ ਪ੍ਰਭ ਭਾਵੇ ਤਿਵੇਂ ਨਚਾਵੇ। ਕਹਿਣ ਤੋਂ ਭਾਵ ਕਿ ਮਨੁੱਖਾਂ ਦੇ ਕੋਲੋਂ ਜਿਸ ਤਰ੍ਹਾਂ ਵੀ ਚਾਹੁੰਦਾ ਵਾ ਉਸੇ ਤਰ੍ਹਾਂ ਹੀ ਉਹ ਨਚਾਈ ਫਿਰਦਾ ਵਾ। ਕਠਪੁਤਲੀਆਂ ਅਸੀਂ ਆਪਾਂ ਪਰਮਾਤਮਾ ਦੀਆਂ ਕਠਪੁਤਲੀਆਂ। ਗੁਰੂ ਸਾਹਿਬਾਨ ਫਰਮਾਉਂਦੇ ਕਿ ਕਠਪੁਤਲੀ ਦੀ ਤਰ੍ਹਾਂ ਜਿਹੜਾ ਮਨੁੱਖ ਆ ਉਹ ਪਰਮਾਤਮਾ ਦੇ ਹੁਕਮ ਵਿੱਚ ਨੱਚਦਾ ਫਿਰਦਾ। ਜਿਵੇਂ ਕੀੜੇ, ਹਾਥੀ, ਕਹਿਣ ਤੋਂ ਭਾਵ ਕਿ ਪਤੰਗ, ਜੀਵ ਜਿਹੜੇ ਆ ਇਹ ਸਾਰੇ ਜਿਹੜੇ ਆ ਭਟਕਦੇ ਫਿਰਦੇ ਆ। ਇਸੇ ਤਰ੍ਹਾਂ ਮਨੁੱਖ ਵੀ ਜਿਹੜੇ ਆ ਜਦੋਂ ਪਰਮਾਤਮਾ ਨਾਲੋਂ ਟੁੱਟ ਜਾਂਦੇ ਆ ਅਤੇ ਫਿਰ ਉਹ ਇਸ ਤਰ੍ਹਾਂ ਭਟਕਦੇ ਫਿਰਦੇ ਆ।
ਸੋ ਸਾਨੂੰ ਪ੍ਰਮਾਤਮਾ ਦੇ ਨਾਲ ਜਿਹੜੀ ਗੂੜੀ ਪ੍ਰੀਤ ਪਾਉਣੀ ਚਾਹੀਦੀ ਹੈ, ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਆਪਣੇ ਮਨ ਨੂੰ ਜਿਹੜਾ ਕੰਟਰੋਲ ਕਰਨਾ ਚਾਹੀਦਾ। ਮਨ ਜੀਤੇ ਜਗ ਜੀਤ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੇਕਰ ਮਨ ਪ੍ਰਮਾਤਮਾ ਦੇ ਨਾਲ ਜੁੜ ਜਾਵੇ ਤਾਂ ਇਹਨਾਂ ਭਟਕਣਾ ਤੋਂ ਜਿਹੜਾ ਬੰਦਾ ਬਚ ਸਕਦਾ। ਅਦਰਵਾਈਜ਼ ਜਿਹੜਾ ਮਨੁੱਖ ਆ ਉਹ ਜੋਨਾਂ ਦੇ ਵਿੱਚ ਭਰਮਦਾ ਫਿਰਦਾ, ਭਾਉਂਦਾ ਫਿਰਦਾ ਵਾ। ਜਿਸ ਤਰ੍ਹਾਂ ਪ੍ਰਭ ਚਾਹੁੰਦਾ ਵਾ ਉਸੇ ਤਰ੍ਹਾਂ ਫਿਰ ਮਨੁੱਖ ਨੂੰ ਕਰਨਾ ਪੈਂਦਾ ਵਾ। ਨਾਨਾ ਰੂਪ ਜਿਉਂ ਸਵਾਂਗੀ ਦਿਖਾਵੇ, ਜਿਉਂ ਪ੍ਰਭ ਪਾਵੇ ਤਿਵੇਂ ਨਚਾਵੇ। ਜਿਸ ਤਰ੍ਹਾਂ ਚਾਹੁੰਦਾ ਪਰਮਾਤਮਾ ਉਸੇ ਤਰ੍ਹਾਂ ਨਚਾਈ ਫਿਰਦਾ। ਜੋ ਤਿਸ ਪਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ। ਜੋ ਪਰਮਾਤਮਾ ਨੂੰ ਪਾਉਂਦਾ ਉਸੇ ਤਰ੍ਹਾਂ ਹੀ ਹੁੰਦਾ। ਮਨੁੱਖ ਦੇ ਕੀਤਿਆਂ ਕੁਛ ਨਹੀਂ ਹੋਣਾ, ਕਿਉਂਕਿ ਸਭ ਕੁਛ ਪਰਮਾਤਮਾ ਦੇ ਹੱਥ ਆ। ਇਸ ਕਰਕੇ ਜੋ ਪਰਮਾਤਮਾ ਨੂੰ ਪਾਉਂਦਾ ਉਹੋ ਹੀ ਹੋਣਾ ਵਾ। ਗੁਰੂ ਸਾਹਿਬਾਨ ਕਹਿੰਦੇ ਆ ਕਿ ਦੂਜਾ ਅਵਰ ਨ ਕੋਇ, ਦੂਜਾ ਹੋਰ ਕੋਈ ਨਹੀਂ ਹੈਗਾ। ਇਸ ਕਰਕੇ ਉਸ ਪਰਮਾਤਮਾ ਦੀ ਬੰਦਗੀ ਕਰੋ, ਉਹਦੇ ਗੜੀ ਅਰਦਾਸ ਬੇਨਤੀ ਕਰਿਆ ਕਰੋ ਤੰਦਰੁਸਤੀ ਵਾਸਤੇ, ਆਪਣੀ ਸੁੱਖ ਵਾਸਤੇ, ਸ਼ਾਂਤੀ ਵਾਸਤੇ, ਤਰੱਕੀ ਵਾਸਤੇ। ਉਸ ਪਰਮਾਤਮਾ ਦੇ ਅੱਗੇ ਹਮੇਸ਼ਾ ਹੱਥ ਜੋੜ ਕੇ ਅਰਦਾਸ ਕਰਿਆ ਕਰੋ, ਗੁਰਬਾਣੀ ਪੜ੍ਹਿਆ ਕਰੋ ਵੱਧ ਤੋਂ ਵੱਧ, ਔਰ ਨਾਮ ਸਿਮਰਨ ਕਰਿਆ ਕਰੋ। ਔਰ ਜਿਹੜੀਆਂ ਭੁੱਲਾਂ ਆਪਣੀਆਂ ਉਹਨਾਂ ਦਾ ਤੌਬਾ ਕਰੋ। ਜਿਹੜੀਆਂ ਗੁਰੂ ਮਹਾਰਾਜ ਅੱਗੇ ਹੱਥ ਜੋੜਿਆ ਕਰੋ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ 'ਤੇ ਰਹਿਮਤ ਕਰ, ਕਿਰਪਾ ਕਰ, ਮੱਤ ਸਾਡੀ ਉੱਚੀ ਕਰ, ਮਨ ਸਾਡਾ ਨੀਵਾਂ ਕਰ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਕਹਿਣ ਤੋਂ ਭਾਵ ਕਿ ਮਨ ਨੂੰ ਨੀਵਾਂ ਰੱਖਣਾ ਵਾ ਅਤੇ ਮੱਤ ਆਪਣੀ ਜਿਹੜੀ ਉੱਚੀ ਰੱਖਣੀ, ਪਰਮਾਤਮਾ ਨਾਲ ਜੋੜ ਕੇ ਰੱਖਣੀ, ਚੰਗੇ ਕਰਮ ਕਰਨੇ ਆ ਔਰ ਉਹਦੀ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨੀ। ਕਿਉਂਕਿ ਚੰਗੇ ਕਰਮ ਕਰਾਂਗੇ ਪਰਮਾਤਮਾ ਜਿਹੜਾ ਚੰਗੇ ਕਰਮਾਂ ਦੇ ਵਿੱਚ ਹੀ ਖੁਸ਼ ਹੁੰਦਾ ਵਾ। ਮਨੁੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਜਿਹੜੀ ਆ ਹਰ ਵੇਲੇ ਜਿਹੜੀ ਪਰਮਾਤਮਾ ਦੇ ਹੁਕਮ ਵਿੱਚ ਰਵੇ। ਕਹਿਣ ਤੋਂ ਭਾਵ ਇਹ ਕਿ ਪਰਮਾਤਮਾ ਜੋ ਗੁਰੂ ਜੋ ਉਪਦੇਸ਼ ਦਿੰਦੇ ਉਹਨਾਂ ਦੇ ਚੱਲੇ, ਉਹਨਾਂ ਮੁਤਾਬਕ ਆਪਣਾ ਜੀਵਨ ਜਿਹੜਾ ਇਨਸਾਨ ਜੀਵੇ। ਗੁਰਮੁਖ ਬਣੇ, ਮਨਮੁਖ ਨਾ ਬਣੇ। ਕਬੂ ਸਤਸੰਗ ਕਬੂ ਸਤ ਸੰਗਤ ਇਹ ਪਾਵੇ, ਉਸ ਸਥਾਨ 'ਤੇ ਬਹੁਰ ਨ ਆਵੇ। ਕਹਿੰਦੇ ਕਦੀ ਤੇ ਇਹ ਮਨੁੱਖ ਜਿਹੜਾ ਵਾ ਸਾਧ ਸੰਗਤ ਇਹ ਪਾਵੇ, ਕਿ ਸਾਧ ਸੰਗਤ ਕਰਦਾ ਵਾ। ਉਹਨਾਂ ਸਾਧ ਸੰਗਤ ਤੋਂ ਭਾਵ ਉਹਨਾਂ ਪੁਰਸ਼ਾਂ ਦੀ ਸੰਗਤ ਕਰਦਾ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ, ਇੱਕ ਪਰਮਾਤਮਾ ਦੇ ਨਾਲ ਜਿਹੜੇ ਜੁੜੇ ਹੋਏ ਆ ਔਰ ਪਰਮਾਤਮਾ ਦੀ ਸਿਫਤ ਸਲਾਹ ਕਰਦੇ। ਉਸ ਸਥਾਨ 'ਤੇ ਬੌਰ ਨਾ ਆਵੇ। ਕਹਿੰਦੇ ਮੁੜ ਕੇ ਉਸ ਸਥਾਨ 'ਤੇ ਪਰਤ ਕੇ ਨਹੀਂ ਆਉਂਦਾ। ਅੰਤਰ ਹੋਏ ਗਿਆਨ ਪ੍ਰਗਾਸ਼, ਕਹਿਣ ਤੋਂ ਭਾਵ ਕਿ ਜੇਕਰ ਅਸੀਂ ਸਾਧ ਸੰਗਤ ਕਰਾਂਗੇ, ਪਰਮਾਤਮਾ ਦੀ ਸਿਫਤ ਸਲਾਹ ਕਰਾਂਗੇ, ਫਿਰ ਅਸੀਂ ਜਿਹੜੇ ਆ ਗਲਤ ਰਸਤੇ 'ਤੇ ਕਦੀ ਨਹੀਂ ਜਾਵਾਂਗੇ। ਫਿਰ ਅਸੀਂ ਨੇਕ ਕਰਮ ਹੀ ਕਰਾਂਗੇ ਜੋ ਪਰਮਾਤਮਾ ਨੂੰ ਚੰਗੇ ਲੱਗਦੇ ਆ। ਅੰਤਰ ਹੋਏ ਗਿਆਨ ਪ੍ਰਗਾਸ਼, ਸਾਡੇ ਅੰਦਰ ਜਿਹੜਾ ਵਾ ਪਰਮਾਤਮਾ ਦੇ ਗਿਆਨ ਦਾ ਪ੍ਰਕਾਸ਼ ਹੋਏਗਾ, ਜਾਣੀ ਕਿ ਸਾਡੀ ਬੁੱਧੀ ਜਿਹੜੀ ਨਿਰਮਲ ਹੋ ਜਾਏਗੀ, ਸਾਨੂੰ ਚਾਨਣ ਹੋ ਜਾਏਗਾ ਉਸ ਪਰਮਾਤਮਾ ਦਾ, ਗੁਰੂ ਦਾ ਗਿਆਨ ਹੋਏਗਾ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੋ ਸਾਡੇ ਅੰਦਰ ਜਿਹੜਾ ਵਾ ਪਰਮਾਤਮਾ ਦਾ ਜਿਹੜਾ ਗਿਆਨ ਹੋ ਜਾਏਗਾ, ਉਸ ਸਥਾਨ ਕਾ ਨਹੀਂ ਵਿਨਾਸ਼। ਫਿਰ ਜਿਹੜਾ ਵਾ ਉਸ ਬੰਦੇ ਦਾ ਕਦੇ ਵਿਨਾਸ਼ ਨਹੀਂ ਦਾ। ਕਹਿਣ ਤੋਂ ਭਾਵ ਇਹ ਆ ਕਿ ਉਹ ਕਦੇ ਵੀ ਵਿਕਾਰਾਂ ਵਿੱਚ ਨਹੀਂ ਪੈਂਦਾ, ਕਦੇ ਵੀ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਨਹੀਂ ਹੁੰਦਾ, ਉਹ ਗਲਤ ਨਹੀਂ ਹੁੰਦਾ, ਉਹ ਚੰਗੇ ਕਰਮ ਹੀ ਕਰਦਾ ਵਾ। ਉਸ ਮਨੁੱਖ ਦਾ ਕਦੀ ਫਿਰ ਵਿਨਾਸ਼ ਨਹੀਂ ਹੁੰਦਾ। ਵਿਨਾਸ਼ ਮਨੁੱਖ ਦਾ ਕਦੋਂ ਹੁੰਦਾ ਵਾ? ਜਦੋਂ ਮਾੜੀ ਸੰਗਤ ਵਿੱਚ ਪੈਂਦਾ, ਜਦੋਂ ਉਹ ਭੈੜੇ ਕੰਮ ਕਰਦਾ ਸਮਾਜ ਵਿੱਚ, ਜੋ ਸਮਾਜ ਲਈ ਜਿਹੜੇ ਆ ਖਤਰਨਾਕ ਆ। ਮੰਨ ਲਓ ਜਿਵੇਂ ਗਲਤ ਸੰਗਤ ਕਰਦਾ ਵਾ, ਪਰਮਾਤਮਾ ਦੇ ਹੁਕਮ ਵਿੱਚ ਨਹੀਂ ਰਹਿੰਦਾ, ਉਹ ਵਿਕਾਰਾਂ ਵਿੱਚ ਫਸ ਕੇ ਅਤੇ ਕਈ ਤਰ੍ਹਾਂ ਦੇ ਗੁਨਾਹ ਕਰ ਬੈਂਦਾ। ਗੁੱਸੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਅਜਿਹੇ ਕੰਮ ਕਰ ਦਿੰਦਾ ਜਿਹੜੇ ਕਿ ਪਾਪ ਦੇ ਨਿਆਈ ਆ, ਨਹੀਂ ਕਰਨੇ ਚਾਹੀਦੇ। ਜਿਹੜੇ ਕਹਿਣ ਤੋਂ ਭਾਵ ਇਹ ਆ ਕਿ ਉਹ ਜਿਹੜੇ ਮਨੁੱਖ ਦੇ ਪਰਮਾਤਮਾ ਦੇ ਨਾਲ ਪ੍ਰੇਮ ਪੈ ਜਾਂਦਾ, ਜਿਹਨੂੰ ਸਮਝ ਆ ਜਾਂਦੀ ਆ, ਕਹਿੰਦੇ ਇਹੋ ਜਿਹੇ ਮਨੁੱਖ ਦਾ ਫਿਰ ਕਦੀ ਨਾਸ਼ ਨਹੀਂ ਹੁੰਦਾ। ਜਾਣੀ ਕਿ ਉਹ ਮਨੁੱਖ ਜਿਹੜਾ ਵਾ ਕਦੀ ਵੀ ਜਿਹੜਾ ਵਾ ਇਹ ਆਪਣੇ ਗਲਤ ਰਸਤੇ 'ਤੇ ਪੈ ਕੇ ਆਪਣੇ ਜੀਵਨ ਦਾ ਜਿਹੜਾ ਜੀਵਨ ਨੂੰ ਬਰਬਾਦ ਨਹੀਂ ਕਰਦਾ।
ਮਨ ਤਨ ਨਾਮ ਰਤੇ ਇੱਕ ਰੰਗ। ਕਹਿੰਦੇ ਕਿ ਹਰੀ ਦੇ ਨਾਲ, ਪਰਮਾਤਮਾ ਦੇ ਨਾਲ ਜਿਹੜੀ ਪ੍ਰੀਤ ਪਾਉਣੀ ਚਾਹੀਦੀ ਆ, ਰੰਗ ਤੋਂ ਭਾਵ ਪ੍ਰੀਤ, ਅਤੇ ਇੱਕ ਰੰਗ ਤੋਂ ਭਾਵ ਹੁੰਦਾ ਕਿ ਇੱਕ ਪਰਮਾਤਮਾ ਦੇ ਨਾਲ, ਕਿ ਉਸ ਪਰਮਾਤਮਾ ਦੇ ਨਾਲ ਆਪਣਾ ਪ੍ਰੀਤ ਪਾਓ। ਸਦਾ ਬਸੇ ਪਾਰ ਬ੍ਰਹਮ ਕੇ ਸੰਗ, ਜਿਹੜਾ ਅਤੇ ਹਮੇਸ਼ਾ ਹੀ ਜਿਹੜਾ ਪਾਰ ਬ੍ਰਹਮ ਕੇ ਸੰਗ, ਉਸ ਪਰਮਾਤਮਾ ਦੇ ਨਾਲ ਜਿਹੜਾ ਪਰਮਾਤਮਾ ਜਿਹੜਾ ਸਾਨੂੰ ਮਿਲਾਉਣ ਵਾਲਾ ਵਾ, ਜਿਹੜਾ ਸਾਡੀ ਜਿਹੜੀ ਜੀਵਨ ਨੂੰ ਸਵਾਰਨ ਵਾਲਾ ਵਾ। ਨਾਮ ਦੀ ਵਡਿਆਈ ਕੀਤੀ ਆ ਕਿ ਮਨ ਅਤੇ ਤਨ ਨੂੰ ਨਾ, ਦੋਨਾਂ ਨੂੰ ਉਸ ਪਰਮਾਤਮਾ ਦੇ ਰੰਗ ਵਿੱਚ ਰੰਗਣਾ ਚਾਹੀਦਾ ਵਾ, ਜਿਹੜਾ ਪਾਰ ਬ੍ਰਹਮ ਕੇ ਸੰਗ, ਅਤੇ ਸਦਾ ਹਮੇਸ਼ਾ ਹੀ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਸੰਗ ਜਿਹੜਾ ਵਾ ਜੋੜ ਕੇ ਰੱਖਣਾ ਚਾਹੀਦਾ ਵਾ, ਰਹਿਣਾ ਚਾਹੀਦਾ ਉਹਦੇ ਨਾਲ, ਗੁਰੂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਵਾ, ਪਰਮੇਸ਼ਰ ਨਾਲ ਜੁੜ ਕੇ ਰਹਿਣਾ ਚਾਹੀਦਾ ਵਾ। ਜਿਉਂ ਜਲ ਮੇ ਜਲ ਆਏ ਖਟਾਨਾ, ਜਿਉਂ ਜਲ ਮੇ ਜਲ ਆਏ ਖਟਾਨਾ। ਖਟਾਨਾ ਤੋਂ ਭਾਵ ਹੁੰਦਾ ਵਾ ਕਿ ਮਿਲ ਜਾਂਦਾ ਹੈ। ਜਿਉਂ ਜਲ ਵਿੱਚ ਜਲ ਮਿਲ ਜਾਂਦਾ ਨਾ, ਜਿਵੇਂ ਨਦੀ ਦਾ ਜਾਂ ਨਹਿਰ ਦਾ ਪਾਣੀ ਜਿਹੜਾ ਸਮੁੰਦਰ ਵਿੱਚ ਮਿਲ ਜਾਂਦਾ ਵਾ, ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਨਦੀ ਦਾ ਪਾਣੀ ਕਿਹੜਾ ਵਾ, ਨਹਿਰ ਦਾ ਪਾਣੀ ਕਿਹੜਾ ਵਾ, ਟੂਟੀ ਦਾ ਪਾਣੀ ਕਿਹੜਾ ਵਾ। ਜਾਣੀ ਕਿ ਜਦੋਂ ਪਾਣੀ ਦੇ ਵਿੱਚ ਪਾਣੀ ਮਿਲਾ ਦਿੱਤਾ ਜਾਂਦਾ, ਸਾਰਾ ਇੱਕੋ ਜਿਹਾ ਹੋ ਜਾਂਦਾ। ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਕਹਿੰਦੇ ਇਸੇ ਤਰ੍ਹਾਂ ਜੋਤੀ ਜਿਹੜੀ ਆ ਉਹ ਪਰਮਾਤਮਾ ਦੇ ਨਾਲ ਜਿਹੜੀ ਆ ਮਿਲ ਜਾਂਦੀ ਹੈ। ਕਿਉਂਕਿ ਜਦੋਂ ਆਪਾਂ ਵੇਖਿਆ ਹੀ ਆ ਕਿ ਗੁਰੂ ਸਾਹਿਬਾਨ ਨੇ, ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੇ ਵਿੱਚ ਲਿਖਿਆ ਕਿ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਇਹ ਸਰੀਰਾ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਕਿ ਇਹ ਜਿਹੜੀ ਜੋਤ ਆ, ਜਿਹੜੀ ਉਹ ਪਰਮਾਤਮਾ ਦੇ ਨਾਲ ਸਾਡੀ ਜਿਹੜੀ ਆ ਮਿਲ ਜਾਂਦੀ। ਜਿਵੇਂ ਪਾਣੀ ਜਿਹੜਾ ਵਾ ਉਹਦਾ ਨਹੀਂ ਪਤਾ ਲੱਗਦਾ, ਜਦੋਂ ਮਿਕਸ ਕਰ ਦਿੰਦੇ ਹਾਂ ਆਪਾਂ, ਇਕੱਠਾ ਕਰ ਦਿੰਦੇ ਹਾਂ, ਅਤੇ ਉਹ ਫਿਰ ਇੱਕੋ ਜਿਹਾ ਹੀ ਰੂਪ ਹੋ ਜਾਂਦਾ। ਇਸੇ ਤਰ੍ਹਾਂ ਜਿਹੜਾ ਹਰੀਜਨ ਆ, ਜਿਹੜਾ ਪਰਮਾਤਮਾ ਦਾ ਨਾਮ ਜਪਦਾ ਮਨੁੱਖ, ਜਿਹੜਾ ਬੰਦਗੀ ਕਰਦਾ, ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ। ਉਹਦੇ ਵਿੱਚ ਰੱਬੀ ਗੁਣ ਆ ਜਾਂਦੇ ਆ, ਉਹ ਫਿਰ ਰੱਬ ਵਰਗਾ ਹੀ ਜਿਹੜਾ ਵਾ ਰੂਪ ਹੋ ਜਾਂਦਾ ਵਾ। ਆਪਾਂ ਕਹਿ ਵੀ ਦਿੰਦੇ ਦੁਨਿਆਵੀ ਤੌਰ 'ਤੇ ਕਿ ਉਹ ਤਾਂ ਯਾਰ ਰੱਬ ਵਰਗਾ ਬੰਦਾ ਵਾ, ਉਹ ਤਾਂ ਬਿਲਕੁਲ ਰੱਬੀ ਸੁਭਾਅ ਆ, ਉਹਦੇ ਵਿੱਚ ਤਾਂ ਕੋਈ ਗਲਤੀ ਹੋਣੀ ਨਹੀਂ ਚਾਹੀਦੀ, ਜਾਂ ਉਹ ਜਿਹੜਾ ਵਾ ਇਹੋ ਜਿਹਾ ਇਨਸਾਨ ਆ ਕਿ ਉਹ ਇਹ ਕੰਮ ਨਹੀਂ ਕਰ ਸਕਦਾ, ਗਲਤ ਕੰਮ ਨਹੀਂ ਕਰ ਸਕਦਾ। ਸੋ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਆ, ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦੇ ਆ। ਮਿਟ ਗਏ ਗਮਨ ਪਾਏ ਬਿਸਰਾਮ। ਗਮਨ ਤੋਂ ਭਾਵ ਹੁੰਦਾ ਵਾ ਆਵਾਗਮਨ ਦੇ ਚੱਕਰ ਵਿੱਚ, ਭਾਵ ਜਨਮ ਮਰਨ ਦੇ ਜਿਹੜੇ ਚੱਕਰ ਆ ਉਹ ਸਾਰੇ ਮਿਟ ਜਾਂਦੇ ਆ, ਅਤੇ ਉਹ ਮਨੁੱਖ ਜਿਹੜਾ ਵਾ ਵਿਸ਼ਰਾਮ ਪਾ ਲੈਂਦਾ ਵਾ। ਵਿਸ਼ਰਾਮ ਤੋਂ ਭਾਵ ਹੁੰਦਾ ਵਾ ਟਿਕਾਣਾ। ਇਹ ਸਥਿਤੀ ਪ੍ਰਾਪਤ ਕਰ ਲੈਂਦਾ ਵਾ ਕਿ ਜੰਮਣ ਮਰਨ ਤੋਂ ਉਹ ਮੁਕਤ ਹੋ ਜਾਂਦਾ ਵਾ, 84 ਲੱਖ ਦੇ ਗੇੜ ਤੋਂ ਵੀ ਉਹ ਮੁਕਤ ਹੋ ਜਾਂਦਾ ਵਾ, ਔਰ ਜੀਵਨ ਮੁਕਤ ਵੀ ਹੋ ਜਾਂਦਾ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਵਾ, ਉਹਨੂੰ ਵਿਸ਼ੇ ਵਿਕਾਰ ਵੀ ਨਹੀਂ ਸਤਾਉਂਦੇ, ਕਿਉਂਕਿ ਉਹਦੀ ਤਾਰ ਜਿਹੜੀ ਆ ਉਹ ਕਰਤਾਰ ਨਾਲ ਜੁੜ ਜਾਂਦੀ ਆ। ਉਹ ਪਰਮ ਅਵਸਥਾ ਵਿੱਚ ਰਹਿੰਦਾ, ਉੱਚੀ ਅਵਸਥਾ ਵਿੱਚ ਰਹਿੰਦਾ, ਮਾੜੇ ਕੰਮਾਂ ਤੋਂ ਤੌਬਾ ਕਰਦਾ, ਉਹ ਕਦੀ ਵੀ ਭੁੱਲ ਕੇ ਵੀ ਗਲਤ ਕੰਮ ਨਹੀਂ ਕਰਦਾ। ਉਹਦਾ ਆਪਣੀ ਇੰਦਰੀਆਂ 'ਤੇ ਕਾਬੂ ਹੁੰਦਾ ਵਾ, ਸੈਲਫ ਕੰਟਰੋਲ ਹੁੰਦਾ ਉਹਦਾ ਆਪਣੇ ਆਪ 'ਤੇ। ਆਪਾਂ ਕਹਿ ਦਿੰਦੇ ਕਈ ਵਾਰੀ ਕਿ ਦੁਨਿਆਵੀ ਤੌਰ 'ਤੇ ਸੈਲਫ ਕੰਟਰੋਲ ਹੀ ਦਾ ਬੈਸਟ ਕੰਟਰੋਲ, ਕਿ ਆਪਣੇ ਆਪ 'ਤੇ ਜਿਹੜਾ ਸਵੈ ਕਾਬੂ ਕਰਨਾ, ਜਿਹੜਾ ਆਪਣੇ ਆਪ ਨੂੰ, ਇੱਕ ਤਾਂ ਹੁੰਦਾ ਕੋਈ ਕਹਿੰਦਾ ਆਪਾਂ ਨੂੰ, ਇੱਕ ਹੁੰਦਾ ਸਵੈ ਅਨੁਸ਼ਾਸਨ, ਕਿ ਹਰ ਬੰਦਾ ਇੱਕ ਮਰਿਆਦਾ ਵਿੱਚ ਰਹਿੰਦਾ ਵਾ। ਜਿਹੜਾ ਬੰਦਾ ਮਰਿਆਦਾ ਵਿੱਚ ਰਹਿ ਕੇ ਕੰਮ ਕਰਦਾ ਉਹਨੂੰ ਆਪਾਂ ਚੰਗਾ ਕਹਿੰਦੇ ਹਾਂ। ਜਿਹੜਾ ਅਨੁਸ਼ਾਸਨ ਵਿੱਚ ਰਹਿੰਦਾ, ਜਿਹੜਾ ਕਾਨੂੰਨ ਦੇ ਵਿੱਚ ਰਹਿੰਦਾ ਵਾ, ਉਹਨੂੰ ਜਿਹੜਾ ਕੋਈ ਕੁਛ ਨਹੀਂ ਆਉਂਦਾ। ਮਿਟ ਗਏ ਗਮਨ ਪਾਏ ਬਿਸਰਾਮ। ਸਾਰੀ ਤਰ੍ਹਾਂ ਦੀਆਂ ਭਟਕਣਾ ਜਿਹੜੀਆਂ ਮਿਟ ਗਈਆਂ, ਉਹਦੀਆਂ ਆਵਾਗਮਨ ਮਿਟ ਗਿਆ, ਅਤੇ ਨਾਨਕ ਪ੍ਰਭ ਕੇ ਸਦ ਕੁਰਬਾਨ। ਗੁਰੂ ਸਾਹਿਬਾਨ ਕਹਿੰਦੇ ਆ ਕਿ ਮੈਂ ਹਮੇਸ਼ਾ ਹੀ ਉਸ ਪਰਮਾਤਮਾ ਦੇ ਬਲਿਹਾਰੇ ਜਾਂਦਾ ਵਾਂ, ਸਦਕੇ ਜਾਂਦਾ ਵਾਂ, ਕੁਰਬਾਨ ਜਾਂਦਾ ਵਾਂ।
ਸੋ ਦਾਸ ਕੋਲੋਂ ਵਿਚਾਰਾਂ ਕਰਦਿਆਂ ਏਕ ਨਹੀਂ ਨੇਕ ਪ੍ਰਕਾਰ ਦੀਆਂ ਜਿਹੜੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਗਲਤੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਆਪਾਂ ਨੀ ਓਡੀ ਵੱਡੀ ਬੁੱਧੀ ਨਹੀਂ ਹੈਗੀ ਜਾਂ ਉਨੀ ਸੋਝੀ ਨਹੀਂ ਹੈਗੀ ਜਿੰਨੀ ਗੁਰੂ ਸਾਹਿਬਾਨ ਦੀ ਆ। ਗੁਰੂ ਸਾਹਿਬਾਨ ਨੇ ਸਾਨੂੰ ਜੋ ਉਪਦੇਸ਼ ਦਿੱਤੇ ਗੁਰਬਾਣੀ ਦੇ ਵਿੱਚ, ਉਹਨਾਂ ਨੂੰ ਆਪਾਂ ਇੱਕ ਨਿਮਾਣੀ ਜੀ ਕੋਸ਼ਿਸ਼ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਆ। ਬਾਕੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਆ ਮਿਹਰਾਂ ਕਰਨ ਸਭ ਸਾਧ ਸੰਗਤ ਉੱਪਰ, ਹਰੇਕ ਮਨੁੱਖ ਦਾ ਭਲਾ ਕਰਨ, ਸਾਰੇ ਜਿਹੜੇ ਆ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਜਾਣ, ਆਪਣੇ ਜੀਵਨ ਨੂੰ ਜਿਹੜਾ ਸਵਾਰਨ ਔਰ ਚੰਗੇ ਕਰਮ ਕਰਨ। ਚੰਗੇ ਕਰਮਾਂ 'ਤੇ ਗੁਰੂ ਸਾਹਿਬਾਨ ਨੇ ਜਿਹੜਾ ਵਾ ਉਹ ਜ਼ੋਰ ਦਿੱਤਾ ਵਾ। ਫਰੀਦ ਸਾਹਿਬ ਨੇ ਵੀ ਕਿਹਾ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਤਾਂ ਦਰਗਾਹ ਆਵੇ ਕੰਮ, ਕਿ ਜੇਕਰ ਅਸੀਂ ਚੰਗੇ ਕੰਮ ਕੀਤੇ ਜੋ ਦਰਗਾਹ ਦੇ ਵਿੱਚ ਵੀ ਜਿਹੜੇ ਆ ਸਾਡੇ ਕੰਮ ਆਉਂਦੇ ਆ। ਸੋ ਚੰਗੇ ਗੁਣਾਂ ਦੇ ਧਾਰਨੀ ਬਣਨਾ ਵਾ, ਪਰਮਾਤਮਾ ਦੀ ਸਿਫਤ ਸਲਾਹ ਕਰਨੀ ਆ, ਔਰ ਹਮੇਸ਼ਾ ਹੀ ਜਿਹੜੇ ਆ ਸਮਾਜ ਭਲਾਈ ਕੰਮ ਕਰਨੇ ਆ। ਸਮਾਜ ਦੇ ਹਿੱਤ ਵਿੱਚ ਹਰੇਕ ਤਰ੍ਹਾਂ ਦੀ ਜਿਹੜੀ ਆ ਭੁੱਲ ਕੇ ਵੀ ਕਿਤੇ ਗਲਤ ਕੰਮ ਨਹੀਂ ਕਰਨੇ, ਕੋਸ਼ਿਸ਼ ਕਰਨੀ ਪਰਮਾਤਮਾ ਅੱਗੇ ਹੱਥ ਜੋੜ ਕੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੇ ਨਾਲ ਜੋੜ ਕੇ ਰੱਖੋ ਅਤੇ ਗੁਰੂ ਵਾਲੇ ਆਪਾਂ ਬਣੀਏ, ਸਾਰੇ ਗੁਰੂ ਦੇ ਹੁਕਮ ਵਿੱਚ ਰਹੀਏ ਔਰ ਗੁਰੂ ਦੇ ਉਪਦੇਸ਼ਾਂ ਨੂੰ ਜਿਹੜਾ ਆਪਣੇ ਹਿਰਦੇ ਵਿੱਚ ਰੱਖੀਏ ਹਮੇਸ਼ਾ ਹੀ, ਅਤੇ ਆਪਣੇ ਮਨ ਨੂੰ ਜਿਹੜਾ ਕਦੀ ਵੀ ਲਾਲਚ ਤੋਂ, ਲੋਭ ਤੋਂ, ਹੰਕਾਰ ਤੋਂ ਜਿਹੜਾ ਬਚਾ ਕੇ ਰੱਖਣਾ ਵਾ, ਅਤੇ ਆਪਣੇ ਜੀਵਨ ਨੂੰ ਸਵਾਰਨਾ ਵਾ। ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਵਾ ਉਹ ਦਾਸ ਕੋਲੋਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਜੀ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਬਖਸ਼ਣਯੋਗ ਨੇ, ਉਹ ਭੁੱਲਾਂ ਦੀ ਖਿਮਾ ਕਰਨੀ, ਮਾਫੀ ਦੇਣੀ, ਔਰ ਜਿਹੜੇ ਉਪਦੇਸ਼ ਗੁਰੂ ਦੇ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਜਿਹੜਾ ਸੋਹਣਾ ਬਣਾਉਣਾ ਵਾ। ਅਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਆ ਲੜੀਵਾਰ ਜਿਹੜੀ ਵਿਆਖਿਆ ਵਾ ਉਹ ਸੁਖਮਨੀ ਸਾਹਿਬ ਦੀ ਜਿਹੜੀ ਕਰਦੇ ਰਹਿਣਾ ਵਾ ਸਾਧ ਸੰਗਤ ਜੀ, ਕਿਉਂਕਿ ਜਿੱਥੇ ਗੁਰਬਾਣੀ ਆਪਾਂ ਨੂੰ ਪੜ੍ਹਨੀ ਜ਼ਰੂਰੀ ਆ, ਜਿਹੜੀ ਸੁਣਨੀ ਜ਼ਰੂਰੀ ਆ, ਉੱਥੇ ਨਾਲ ਵਿਚਾਰਨੀ ਸਮਝਣੀ ਜਿਹੜੀ ਆ ਹੋਰ ਵੀ ਜ਼ਿਆਦਾ ਜ਼ਰੂਰੀ ਆ, ਕਿਉਂਕਿ ਜੇਕਰ ਆਪਾਂ ਵਿਚਾਰ ਕਰਾਂਗੇ ਤਾਂ ਹੀ ਆਪਾਂ ਨੂੰ ਸਮਝ ਆਉਣੀ ਹੈ। ਇਸ ਕਰਕੇ ਜਿਹੜੀ ਗੁਰੂ ਸਾਹਿਬਾਨ ਨੇ ਕੀ ਉਪਦੇਸ਼ ਦਿੱਤੇ ਆ, ਇਹਨਾਂ ਦੀ ਜਿਹੜੀ ਪੜਚੋਲ ਕਰਨੀ ਆ, ਇਹਨਾਂ ਦੇ ਸ਼ਬਦ ਅਰਥ ਜਿਹੜੇ ਸਮਝਣੇ ਆਪਾਂ। ਸੋ ਸ਼ਬਦ ਅਰਥ ਕਰਦਿਆਂ ਜਿਹੜੀਆਂ ਕਈ ਵਾਰੀ ਕਈ ਗਲਤੀਆਂ ਹੋ ਜਾਂਦੀਆਂ ਵਾ, ਅਣਜਾਣੇ ਵਿੱਚ ਕਈ ਬੋਲ ਇਹੋ ਜਿਹੇ ਮੂੰਹੋਂ ਨਿਕਲ ਜਾਂਦੇ ਆ, ਉਹਨਾਂ ਨੂੰ ਇਗਨੋਰ ਕਰਨਾ ਵਾ, ਉਹਨਾਂ ਵੱਲ ਨਹੀਂ ਧਿਆਨ ਦੇਣਾ। ਆਪਾਂ ਜਿਹੜਾ ਵਾ ਆਪਣੇ ਜੀਵਨ ਨੂੰ ਸਵਾਰਨਾ ਵਾ, ਅਤੇ ਕੋਈ ਵੀ ਮਨੁੱਖ ਇੰਨਾ ਪਰਫੈਕਟ ਨਹੀਂ ਹੁੰਦਾ, ਇੰਨਾ ਜ਼ਿਆਦਾ ਜਿਹੜਾ ਵਾ ਉਹ ਗੁਰੂ ਸਾਹਿਬ ਵਰਗਾ ਨਹੀਂ ਹੈਗਾ ਕਿ ਬਿਲਕੁਲ ਹੀ ਜਿਹੜੇ ਸ਼ਬਦ ਅਰਥ ਜਿਹੜੇ ਆ ਉਹ ਨਿਰੋਲ ਕਰ ਦੇਵੇ, ਜਾਣੀ ਕਿ ਬਿਲਕੁਲ, ਕਿਉਂਕਿ ਜਿਹੜੀਆਂ ਕਾਈਆਂ ਵਾ ਤਰੁੱਟੀਆਂ ਜਿਹੜੀਆਂ ਵਾ ਹਰ ਇਨਸਾਨ ਦੇ ਕੋਲੋਂ ਕੋਈ ਨਾ ਕੋਈ ਕਮੀ ਰਹਿ ਜਾਂਦੀ ਆ। ਇਸ ਕਰਕੇ ਜਿਹੜੀ ਇਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਅਤੇ ਜਿਹੜੀਆਂ ਗੁਰੂ ਦੇ ਉਪਦੇਸ਼ ਆ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਜਿਹੜਾ ਵਾ ਉਹ ਕਮਾਉਣਾ ਵਾ। ਆਪਾਂ ਇਨਸਾਨ ਆ, ਅਤੇ ਇਸ ਕਰਕੇ ਭਗਵਾਨ ਦੇ ਅੱਗੇ, ਪਰਮਾਤਮਾ ਅੱਗੇ ਜਿਹੜੀ ਆਪਾਂ ਬੇਨਤੀ ਕਰਨੀ ਕਿ ਗੁਰੂ ਮਹਾਰਾਜ ਸਾਨੂੰ ਸਮਰੱਥਾ ਬਖਸ਼ੇ, ਔਰ ਅਸੀਂ ਜਿਹੜੇ ਭਾਵ ਅਰਥ ਜਿਹੜੇ ਆ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਸਾਰੇ ਜਿੰਨੇ ਵੀ ਆਪਣੇ ਗੁਰੂ ਪੀਰ ਆ, ਜਿਹੜੇ ਪਰਮਾਤਮਾ ਜਿਹੜਾ ਹਮੇਸ਼ਾ ਹੀ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ ਅਤੇ ਸਾਡੇ 'ਤੇ ਬਖਸ਼ਿਸ਼ ਕਰੇ, ਅਤੇ ਸਾਨੂੰ ਜਿਹੜੇ ਆ ਸ਼ਬਦ ਅਰਥ ਕਰਨ ਦੀ ਸਮਰੱਥਾ ਬਖਸ਼ੇ, ਅਤੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਜਿਹੜੀ ਖਿਮਾ ਕਰਨੀ, ਅਤੇ ਇੱਕ ਪਰਮਾਤਮਾ ਦੇ ਨਾਲ ਆਪਾਂ ਜੁੜਨਾ ਵਾ। ਗੁਰੂ ਸਾਹਿਬਾਨ ਨੇ ਇੱਕ ਨਾਲ ਜੋੜਿਆ ਆਪਾਂ ਨੂੰ, ਔਰ ਇੱਕ ਨਾਲ ਜੇ ਜੋੜਿਆ ਵਾ ਫਿਰ ਇਸ ਕਰਕੇ ਆਪਣੇ ਆਪ ਜਿਹੜਾ ਕੋਈ ਭੁਲੇਖਾ ਨਹੀਂ। ਇਸੇ ਕਰਕੇ ਗੁਰੂ ਸਾਹਿਬਾਨ ਨੇ ਜਿਹੜਾ ਵਾ ਸ਼ਲੋਕ ਦੇ ਵਿੱਚ ਵੀ ਦੱਸਿਆ ਆਪਾਂ ਨੂੰ, ਇਸੇ ਅਸ਼ਟਪਦੀ ਦੇ ਵਿੱਚ, ਕਿ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੇ ਜਲ ਥਲ ਮਈਅਲ ਸੋਏ, ਕਿ ਪਰਮਾਤਮਾ ਇੱਕ ਹੈ, ਸਭ ਕੁਝ ਕਰਨ ਵਾਲਾ, ਦੂਜਾ ਹੋਰ ਕੋਈ ਨਹੀਂ ਆ, ਅਤੇ ਉਹ ਜਲ ਦੇ ਵਿੱਚ, ਥਲ ਦੇ ਵਿੱਚ, ਆਕਾਸ਼ ਦੇ ਵਿੱਚ, ਜਾਣੀ ਕਿ ਹਰ ਜਗ੍ਹਾ ਜਿਹੜਾ ਵਾ ਉਹ ਮੌਜੂਦ ਆ, ਸਾਰਾ ਉਹਦਾ ਹੀ ਪਸਾਰਾ ਵਾ। ਸੋ ਇੱਕ ਪਰਮਾਤਮਾ ਨਾਲ ਜੁੜਨਾ ਵਾ, ਉਹਦੀ ਬੰਦਗੀ ਕਰਨੀ ਆ, ਔਰ ਇੱਕ ਵਿੱਚ ਵਿਸ਼ਵਾਸ ਰੱਖ ਕੇ ਆਪਣੀ ਜ਼ਿੰਦਗੀ ਨੂੰ ਜਿਹੜਾ ਵਾ ਉਹ ਬਸਰ ਕਰਨਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਅਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ 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 ਜੀ।
ਵਾਹਿਗੁਰੂ 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 ਜੀ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।